पंजाब हरियाणा ਵਿੱਚ ਹੀ ਮੰਡੀ ਸਿਸਟਮ ਚੱਲਦਾ। ਬਾਕੀ ਹਿੰਦੁਸਤਾਨ 'ਚ ਮੰਡੀ ਸਿਸਟਮ ਲਾਗੂ ਹੀ ਨਹੀਂ। ਪੰਜਾਬ ਹਰਿਆਣਾ ਤੇ ਵੈਸਟਰਨ ਯੂਪੀ ਦੇ ਵਿੱਚ ਜਵਾਨੀ ਵਿਸ਼ਵਾਸ ਕਿਤੇ ਕਰੇ ਜਿਹੜਾ ਕਹਿੰਦਾ 15-15 ਲੱਖ ਰੁਪਈਆ ਮੈਂ ਇਕੱਲੇ ਲੋਕਾਂ ਨੂੰ ਦੇ ਦੇਣਾ। 143 ਕਰੋੜ ਦੇ ਕੇ ਤੁਸੀਂ 63 ਹਜ਼ਾਰ ਇਕੱਠਾ ਕਰ ਰਹੇ ਆ। 85% ਕਿਸਾਨ ਤਾਂ 5 ਏਕੜ ਤੋਂ ਘੱਟ ਵਾਲੇ ਆ। ਉਹ ਕਿੱਥੇ ਜਾ ਕੇ ਈ ਕਮਰਸ ਕਰਨਗੇ? ਜੇ ਸਰਕਾਰ ਵਿੱਚ ਖੜੀ ਹੋ ਗਈ ਤੇ ਪ੍ਰਾਈਵੇਟ ਵਪਾਰੀ ਨੂੰ ਪਹਿਲਾਂ ਵੀ ਖਰੀਦਣ ਦੀ ਆਜ਼ਾਦੀ ਹੈ। ਉਹ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਕਹਿੰਦੇ 5000 ਏਕੜ ਤੋਂ ਘੱਟ ਅਸੀਂ ਜ਼ਮੀਨ ਨਹੀਂ ਲੈਣੀ, 15 ਸਾਲ ਤੋਂ ਘੱਟ ਅਸੀਂ ਕੰਟੈਕਟ ਨਹੀਂ ਕਰਨਾ। ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੋਧ ਦੇ ਵਿੱਚ 3 ਕਾਨੂੰਨ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਪੇਸ਼ ਕੀਤੇ ਗਏ, ਪਾਸ ਕੀਤੇ ਗਏ। ਉਹ ਤੋਂ ਬਾਅਦ ਮੋਦੀ ਸਰਕਾਰ ਨੇ ਆਪਣੇ ਵੱਲੋਂ ਕਿਸਾਨਾਂ ਨੂੰ ਜਚਾਉਣ ਵਾਸਤੇ ਇੱਕ ਪੈਂਫਲੇਟ ਜਾਰੀ ਕੀਤਾ, ਜਿਸ 'ਚ ਕਿਹਾ ਗਿਆ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਦੇ ਨੇ। ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਲਗਾਤਾਰ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਨੇ ਅਤੇ ਇਸ ਦੌਰਾਨ ਰਾਜਨੀਤੀ ਵੀ ਹੋ ਰਹੀ ਆ। ਕੁਛ ਰਾਜਨੀਤਿਕ ਪਾਰਟੀਆਂ ਰਾਜਨੀਤਿਕ ਬਿਆਨ ਵੀ ਜਾਰੀ ਕਰ ਰਹੀਆਂ ਨੇ। ਇਸ ਰਾਜਨੀਤਿਕ ਬਿਆਨਾਂ ਦੇ ਦੌਰਾਨ ਬਾਅਦ 'ਚ ਇਹ ਕਿਹਾ ਜਾਂਦਾ ਹੁੰਦਾ ਕਿ ਇਹ ਤਾਂ ਰਾਜਨੀਤਿਕ ਬਿਆਨ ਹੈ, ਪਰ ਅਸੀਂ ਅੱਜ ਚਰਚਾ ਕਰਾਂਗੇ ਉਸ ਮੁੱਦੇ ਦੇ ਉੱਤੇ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਡਾਕੂਮੈਂਟ ਪੇਸ਼ ਕੀਤਾ ਗਿਆ, ਇੱਕ ਪੈਂਫਲੇਟ ਪੇਸ਼ ਕੀਤਾ ਗਿਆ, ਜਿਹਨੂੰ ਵੱਡੀ ਗਿਣਤੀ ਦੇ ਵਿੱਚ ਉਹ ਛਪਵਾ ਕੇ ਵੰਡ ਰਹੇ ਨੇ। ਪਹਿਲਾਂ ਉਹਨਾਂ ਨੇ ਹਿੰਦੀ ਦੇ ਵਿੱਚ ਵੰਡਿਆ ਪੰਜਾਬ ਦੇ ਵਿੱਚ, ਅਤੇ ਹੁਣ ਉਹਨੂੰ ਪੰਜਾਬੀ ਦੇ ਵਿੱਚ ਵੀ ਵੰਡ ਰਹੇ ਨੇ। ਇੱਕ ਸਾਡੇ ਕੋਲ ਇੱਕ ਡਾਕੂਮੈਂਟ ਹੈ, ਡਾਕੂਮੈਂਟ 'ਤੇ ਚਰਚਾ ਕਰਾਂਗੇ ਅਸੀਂ। ਸਾਡੇ ਨਾਲ ਨੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਹੁਣੀ। ਜੀ ਆਇਆਂ ਨੂੰ ਜੀ। ਧੰਨਵਾਦ ਜੀ ਸਰਜੀਤ ਜੀ। ਅੱਜ ਆਪਾਂ ਚਰਚਾ ਕਰਾਂਗੇ ਭਾਰਤੀ ਜਨਤਾ ਪਾਰਟੀ ਨੇ ਇੱਕ ਕਾਗਜ਼, ਇੱਕ ਡਾਕੂਮੈਂਟ ਜਿਹੜਾ ਪੇਸ਼ ਕੀਤਾ ਪਿਛਲੇ ਦਿਨਾਂ ਦੇ ਵਿੱਚ। ਇਹਦੇ ਵਿੱਚ ਕਿਹਾ ਗਿਆ ਵੀ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕੀਤਾ ਜਾਏਗਾ ਅਤੇ ਇਹਦੇ ਵਿੱਚ ਵਿਚੋਲਿਆਂ ਦੀ ਜਿਹੜੀ ਆ ਉਹਨੂੰ ਚੁਗਲ ਤੋਂ ਬਚਾਇਆ ਜਾਏਗਾ ਅਤੇ ਨਿੱਜੀ ਨਿਵੇਸ਼ ਹੋਣ ਦੇ ਨਾਲ ਵਿਕਾਸ ਜਿਹੜਾ ਤੇਜ਼ ਹੋਏਗਾ। ਸਭ ਤੋਂ ਪਹਿਲਾਂ ਟਿੱਪਣੀ ਤੁਹਾਤੋਂ ਇਹ ਲਵਾਂਗੇ ਵੀ ਇਹ 3 ਮੁੱਦੇ ਜਿਹੜੇ ਆ ਉਹਨਾਂ ਨੇ ਆਰੰਭ ਦੇ ਵਿੱਚ ਉਭਾਰੇ ਨੇ, ਤੁਸੀਂ ਕੀ ਕਹਿਣਾ ਚਾਹੋਗੇ? ਸਾਰੀਆਂ ਹਿੰਦੁਸਤਾਨ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਆ, ਜਿਹੜੀਆਂ ਰੀਅਲ ਕਿਸਾਨਾਂ ਨਾਲ ਸੰਬੰਧਿਤ ਆ, ਬੀਜੇਪੀ ਨੂੰ ਛੱਡ ਕੇ ਸਾਰੀਆਂ ਹੀ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ 500 ਤੋਂ ਉੱਪਰ ਆ, ਉਹ ਇਕੱਠੀਆਂ ਹੋ ਕੇ ਇਹਨਾਂ ਤਿੰਨਾਂ ਹੀ ਕਾਨੂੰਨਾਂ ਨੂੰ ਕਾਲਾ ਕਾਨੂੰਨ ਕਹਿ ਰਹੀਆਂ, ਕਿਉਂਕਿ ਕਿਸਾਨਾਂ ਦੇ ਵਿਰੋਧੀ ਆ, ਕਿਸਾਨਾਂ ਨੂੰ ਖੇਤੀਬਾੜੀ 'ਚੋਂ ਬਾਹਰ ਕੱਢਣ ਵਾਲੀ ਆ ਅਤੇ ਕਾਰਪੋਰੇਟ ਘਰਾਣਿਆਂ ਨੂੰ ਖੇਤੀਬਾੜੀ ਸੌਂਪਣ ਵਾਲੀ ਆ। ਇਹਦੇ ਵਿੱਚ ਇਸੇ ਡਾਕੂਮੈਂਟ ਦੇ ਵਿੱਚ ਤੇ ਉਹਨਾਂ ਨੇ ਕਣਕ ਤੋਂ ਬਿਨਾਂ ਬਾਕੀ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਦੇ ਉਹਨਾਂ ਨੇ ਭਾਅ ਜਿਹੜੇ ਆ ਉਹ ਦਰਜ ਕੀਤੇ ਹੋਏ ਆ ਵੀ ਅਸੀਂ MSP ਜਿਹੜੀ ਆ ਉਹ ਦੇ ਰਹੇ ਹਾਂ। ਜਦੋਂ ਕਿ ਪੰਜਾਬ ਦੇ ਵਿੱਚ ਸਿਰਫ ਅਤੇ ਸਿਰਫ ਕਣਕ ਦੇ ਵਿੱਚ ਹੀ MSP ਦਿੱਤੀ ਜਾਂਦੀ ਆ। ਉਹਦੇ ਵਿੱਚ ਵੀ ਅਸੀਂ ਦੇਖਦੇ ਹਾਂ ਵੀ MSP ਨਾਲੋਂ ਵੀ ਕਈ ਵਾਰੀ ਉਹਦੇ ਵਿੱਚ ਚੋਰ ਮੋਰੀਆਂ ਰਾਹੀਂ ਜਿਹੜੀ ਆ ਉਹਦੇ ਕਟੌਤੀ ਲਗਾਈ ਜਾਂਦੀ ਆ, ਖਾਸ ਕਰਕੇ ਝੋਨੇ ਦੇ ਸਵਾਲ ਦੇ ਉੱਤੇ। ਪਰ ਫਿਰ ਵੀ MSP ਦੇ ਨਾਲ ਕਿਸਾਨਾਂ ਨੂੰ ਥੋੜ੍ਹਾ ਜਿਹਾ ਵਿਸ਼ਵਾਸ ਜਿਹਾ ਵੱਝਦਾ। ਅਤੇ ਨਾਲ ਉਹ ਲਿਖਦੇ ਆ ਵੀ ਸਵਾਮੀਨਾਥਨ ਆਯੋਗ ਦੀਆਂ ਸਿਫਾਰਸ਼ਾਂ ਨੂੰ ਸੁਧਾਰ ਕਰਕੇ ਲਾਗੂ ਕੀਤਾ ਗਿਆ ਆ। ਅਤੇ ਇਹ ਸੁਧਾਰ ਕਿਹੋ ਜਿਹਾ ਹੈ ਜਿਹਦੇ ਵਿੱਚ ਸਿਵਾਏ ਕਣਕ ਤੋਂ ਬਾਕੀ ਕਿਸੇ ਵੀ ਫਸਲ ਦੇ ਉੱਤੇ ਜਿਹੜੀ MSP ਨਹੀਂ ਦਿੱਤੀ ਜਾ ਰਹੀ। ਅਤੇ ਨਾਲ ਹੀ ਉਹ ਫਸਲ ਬੀਮੇ ਦੀ ਵੀ ਜਿਹੜੀ ਆ ਉਹ ਚਰਚਾ ਕਰਦੇ ਨੇ ਵੀ ਅਸੀਂ ਫਸਲ ਬੀਮਾ ਦਿੱਤਾ ਗਿਆ, ਜਦੋਂ ਕਿ ਪੰਜਾਬ ਦੇ ਵਿੱਚ ਫਸਲ ਬੀਮਾ ਯੋਜਨਾ 'ਤੇ ਲਾਗੂ ਹੀ ਨਹੀਂ ਹੋਈ ਹੈਗੀ। ਇਹਨਾਂ ਦੋਨਾਂ ਮੁੱਦਿਆਂ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਸਰਜੀਤ ਜੀ, MSP 23 ਫਸਲਾਂ 'ਤੇ ਸੈਂਟਰ ਵੱਲੋਂ ਐਲਾਨ ਕੀਤੀ ਜਾਂਦੀ ਹੈ। ਉਹਦੇ ਵਿੱਚੋਂ ਪੰਜਾਬ ਹਰਿਆਣਾ ਵਿੱਚ ਹੀ ਮੰਡੀ ਸਿਸਟਮ ਚੱਲਦਾ। ਬਾਕੀ ਹਿੰਦੁਸਤਾਨ 'ਚ ਮੰਡੀ ਸਿਸਟਮ ਲਾਗੂ ਹੀ ਨਹੀਂ। ਪੰਜਾਬ ਹਰਿਆਣਾ ਅਤੇ ਵੈਸਟਰਨ ਯੂਪੀ ਦੇ ਵਿੱਚ ਬਾਕੀ ਤਾਂ ਮੰਡੀ ਸਿਸਟਮ ਲਗਭਗ ਖਤਮ ਹੋ ਚੁੱਕਾ। ਅਤੇ ਪੰਜਾਬ ਹਰਿਆਣਾ ਵਿੱਚ ਵੀ 2 ਫਸਲਾਂ ਝੋਨਾ ਅਤੇ ਕਣਕ 'ਤੇ MSP ਮਿਲਦਾ। ਬਿਹਾਰ ਦੇ ਵਿੱਚ 2006 ਦੇ ਵਿੱਚ ਬਿਹਾਰ ਦੀ ਸਰਕਾਰ ਨੇ APMC ਐਕਟ, ਜਿਹੜਾ ਖੇਤੀਬਾੜੀ ਦਾ ਮੰਡੀ ਐਕਟ ਸੀਗਾ, ਉਹਨੂੰ ਖਤਮ ਕਰਤਾ ਸੀ। ਅਤੇ ਬਿਹਾਰ ਦੀ ਹਾਲਤ ਹੁਣ ਇਸ ਵੇਲੇ ਇਹ ਆ ਵੀ 9000 ਮੰਡੀਆਂ ਸੀ 2006 ਦੇ ਵਿੱਚ, ਹੁਣ 1600 ਰਹਿ ਗਈਆਂ, ਜਦ ਕਿ ਪੰਜਾਬ ਦੇ ਵਿੱਚ 4200 ਮੰਡੀਆਂ ਆ। ਜੇ MSP ਜਾਰੀ ਰੱਖਣਾ ਹੀ ਚਾਹੁੰਦੇ ਆ ਤਾਂ ਫਿਰ ਕਿਸਾਨ ਨੂੰ ਨੇੜੇ ਤੋਂ ਨੇੜੇ ਮੰਡੀ ਮਿਲਣੀ ਚਾਹੀਦੀ ਆ, ਕਿਉਂਕਿ 85% ਕਿਸਾਨ ਹਿੰਦੁਸਤਾਨ ਦਾ 5 ਏਕੜ ਤੋਂ ਘੱਟ ਵਾਲਾ ਹੈ। ਸਿਰਫ ਉੱਪਰਲਾ ਜਿਹੜਾ 5-7% ਕਿਸਾਨ ਆ ਉਹ ਦੂਜੇ ਥਾਂ ਜਾ ਸਕਦਾ। ਇਹ 85% ਕਿਸਾਨ ਦੂਰ ਵਾਲੀ ਮੰਡੀ 'ਚ ਕਿਸੇ ਤਰ੍ਹਾਂ ਵੀ ਜਾਣ ਦੇ ਯੋਗ ਨਹੀਂ। ਇੱਦੋਂ ਅਗਲੀ ਗੱਲ, ਜੇ ਇਹ ਕਹਿੰਦੇ ਆ ਵੀ ਅਸੀਂ MSP ਜਾਰੀ ਰੱਖਣੀ ਆ, ਇਹ ਜਾਰੀ ਰਹੂਗੀ। ਪਹਿਲੀ ਗੱਲ ਤਾਂ MSP ਬਾਰੇ ਕੋਈ ਕਾਨੂੰਨ ਹਾਲੇ ਤੱਕ ਬਣਿਆ ਨਹੀਂ। ਇਹ ਕੈਬਨਿਟ ਦਾ ਫੈਸਲਾ ਜੂਨ ਦੀ ਤੋਂ ਲਾਗੂ ਹੋ ਰਿਹਾ। ਜੇ ਇਹਨਾਂ ਨੇ ਹੁਣ ਅਮੈਂਡਮੈਂਟ ਕਰਕੇ 3 ਕਾਨੂੰਨ ਲਿਆਂਦੇ ਆ ਅਤੇ ਇਹਨਾਂ ਨੂੰ MSP
ਤੇ ਸਰਕਾਰੀ ਖਰੀਦ ਦੀ ਗਾਰੰਟੀ ਵਾਲਾ ਕਾਨੂੰਨ ਵੀ ਨਾਲ ਹੀ ਪਾਸ ਕਰਨਾ ਚਾਹੀਦਾ। ਉਦੋਂ ਕਿਉਂ ਭੱਜ ਰਹੇ ਆ? ਉਦੋਂ ਕਹਿੰਦੇ ਜਵਾਨੀ ਕਲਾਮੀ ਕਹਿੰਦੇ ਆ ਵੀ ਹਿੰਦੁਸਤਾਨ ਦਾ ਜਦੋਂ ਪ੍ਰਧਾਨ ਮੰਤਰੀ ਵਾਅਦਾ ਕਰਦਾ ਉਹ 'ਤੇ ਯਕੀਨ ਕਰਨਾ ਚਾਹੀਦਾ। ਫਿਰ ਉਹ ਕਾਨੂੰਨ ਪਾਸ ਕਰਨ ਦੀ ਕੀ ਲੋੜ ਸੀ? ਉਹ 'ਤੇ ਵੀ ਉੱਦੇ ਕਰ ਲੈਂਦੇ ਜਵਾਨੀ ਕਲਾਮੀ। ਇੱਕ ਪਾਸੇ ਜਿਹੜੇ ਲੋਕਾਂ ਨੂੰ ਕੁਚਲਣ ਲਈ ਆ ਕਾਨੂੰਨ ਬਣਾਤੇ ਆ, ਦੂਜਿਆਂ ਦੇ ਕਹਿੰਦੇ ਜਵਾਨੀ ਵਿਸ਼ਵਾਸ ਕਰੋ। ਜਵਾਨੀ ਵਿਸ਼ਵਾਸ ਕਿਹਤੇ ਕਰੇ ਜਿਹੜਾ ਕਹਿੰਦਾ 15-15 ਲੱਖ ਰੁਪਈਆ ਮੈਂ ਇਕੱਲੇ ਲੋਕਾਂ ਨੂੰ ਦੇ ਦੇਣਾ, ਮੁੜ ਕੇ ਕਹਤੇ ਜੁਮਲਾ ਆ। ਉਹਨੇ ਕਹਿੰਦਾ 2 ਕਰੋੜ ਹਰ ਸਾਲ ਮੈਂ ਨੌਕਰੀਆਂ ਦੇ ਦੇਣੀਆਂ, ਉਹ ਵੀ ਜੁਮਲਾ ਨਿਕਲਿਆ। ਕਿਸਾਨਾਂ ਦੇ ਕਰਜ਼ੇ ਮਾਫ ਕਰ ਦੇਣੇ ਆ, ਉਹ ਵੀ ਜੁਮਲਾ ਨਿਕਲਿਆ। ਸਵਾਮੀਨਾਥਨ ਦੀ ਰਿਪੋਰਟ, ਕਾਂਗਰਸ ਵੇਲੇ ਸਵਾਮੀਨਾਥਨ ਕਮਿਸ਼ਨ ਬਣਾਇਆ ਸੀ ਡਾਕਟਰ ਸਵਾਮੀਨਾਥਨ। ਹਿੰਦੁਸਤਾਨ ਦਾ ਬਹੁਤ ਵੱਡਾ ਖੇਤੀਬਾੜੀ ਮਾਹਰ ਸੀ, ਜਿਹਨੇ ਹਰੀ ਕ੍ਰਾਂਤੀ ਲਿਆਉਣ 'ਚ ਬੜਾ ਵੱਡਾ ਰੋਲ ਅਦਾ ਕੀਤਾ। ਉਹਨਾਂ ਨੇ 3 ਫਾਰਮੂਲੇ ਦਿੱਤੇ ਸੀ। ਇੱਕ ਤਾਂ A2 ਫਾਰਮੂਲਾ ਆ ਵੀ ਇਕੱਲਾ ਹੀ ਖੇਤੀਬਾੜੀ ਦਾ ਖਰਚਾ ਕਹਿਣਾ। ਇੱਕ A2FL ਆ ਜਿਹਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਬਾਕੀ ਖਰਚੇ ਅਤੇ ਉਹਦੀ ਫੈਮਿਲੀ ਦਾ ਖਰਚਾ ਵਿੱਚ ਪਾਉਣਾ। ਇੱਕ ਹੈਗਾ C2 + 50% ਜਿਹੜਾ ਕਿਸਾਨ ਦੇ ਹਿੱਤ ਵਿੱਚ ਆ, ਉਹ ਸਵਾਮੀਨਾਥਨ ਕਹਿੰਦਾ C2 + 50%। C2 ਦਾ ਮਤਲਬ ਕੰਪਰੀਹੈਂਸਿਵ ਖਰਚੇ, ਸਾਰੇ ਖਰਚੇ ਸਣੇ ਉਹਦਾ ਠੇਕਾ, ਸਣੇ ਉਹਦੀ ਕੀਮਤ, ਫੈਮਿਲੀ ਦੇ ਖਰਚੇ, ਅਤੇ ਉਹਦੇ ਵਿੱਚ 50% ਮੁਨਾਫਾ ਜੋੜ ਕੇ ਫਿਰ MSP ਬਣਾਉਣੀ ਚਾਹੀਦੀ ਆ। ਜਿਹੜਾ ਇਹ ਪੈਂਫਲੇਟ ਵਿੱਚ ਵੱਡਾ ਝੂਠ ਬੋਲਿਆ ਗਿਆ ਵੀ ਸਵਾਮੀਨਾਥਨ ਫਾਰਮੂਲਾ ਲਾਗੂ ਕੀਤਾ, ਬੜੀ ਚਲਾਕੀ ਨਾਲ ਵਿੱਚ ਸੁਧਾਰ ਸ਼ਬਦ ਪਾ ਲਿਆ। ਉਹਨੂੰ ਸੁਧਾਰਿਆ ਇਸ ਢੰਗ ਨਾਲ ਆ, ਇਹਨਾਂ ਨੇ A2FL ਫਾਰਮੂਲਾ ਲਾਗੂ ਕੀਤਾ, C2 ਫਾਰਮੂਲਾ +50 ਵਾਲਾ ਨਹੀਂ ਕੀਤਾ। ਅਤੇ ਨਾ ਫਸਲਾਂ ਦੇ ਇਹਦੇ ਵਿੱਚ ਪੈਂਫਲੇਟ ਦੇ ਵਿੱਚ ਦੇਖੋ ਕਿੰਨੀਆਂ ਫਸਲਾਂ ਲਿਖੀਆਂ ਆ। ਮੇਰਾ ਖਿਆਲ 1 2 3 4 5 6 7 10 ਫਸਲਾਂ ਲਿਖਿਆ ਵੀ MSP ਅਸੀਂ ਕਾਂਗਰਸ ਨਾਲੋਂ ਜ਼ਿਆਦਾ ਵਧਾਇਆ। ਪਰਚੇਜ਼ ਸਿਰਫ ਇਕੱਲੀ ਕਣਕ ਦੀ ਹੋ ਰਹੀ ਹੈ। ਅਸੀਂ ਦਾਅਵੇ ਨਾਲ ਕਹਿੰਦੇ ਹਾਂ ਪੰਜਾਬ ਹਰਿਆਣੇ ਵਿੱਚ ਇਕੱਲਾ ਮੂੰਗੀ ਦਾ ਭਾਅ 7200 ਦੇ ਦੇਣ, ਕੋਈ ਝੋਨਾ ਨਹੀਂ ਬੀਜੂਗਾ, ਪਾਣੀ ਵੀ ਸਾਡਾ ਬਚ ਜਾਊਗਾ, ਵਿਦੇਸ਼ਾਂ ਤੋਂ ਸਾਨੂੰ ਦਾਲ ਵੀ ਨਹੀਂ ਮੰਗਵਾਉਣੀ ਪਊਗੀ। ਆਇਲ ਸੀਡ ਖਰੀਦ ਲੈਣ, ਸਰੋਂ ਇਸ ਭਾਅ 'ਤੇ ਖਰੀਦ ਲੈਣ, ਲੋਕ ਨਹੀਂ ਬੀਜਣਗੇ ਕਣਕ, ਸਰੋਂ ਬੀਜਣਗੇ। ਇਹ ਮਤਲਬ ਜੋ ਜਿੰਨਾ ਪੈਂਫਲੇਟ ਦੇ ਵਿੱਚ ਝੂਠ ਬੋਲਿਆ ਗਿਆ ਲੁਕੋ ਕੇ, ਇੰਨਾ ਝੂਠ ਮੋਦੀ ਅਤੇ ਮੋਦੀ ਸਰਕਾਰ ਹੀ ਬੋਲ ਸਕਦੀ ਹੈ, ਹੋਰ ਇਹਨਾਂ ਨਹੀਂ ਬੋਲ ਸਕਦਾ। ਫਸਲੀ ਬੀਮਾ ਦੇ ਉੱਤੇ ਵੀ ਇਹਨਾਂ ਨੇ ਦਾਅਵਾ ਕੀਤਾ ਆ, ਜਾਣਕਾਰੀ ਦਿੱਤੀ ਹੋਈ ਆ ਕਿਸਾਨਾਂ ਨੂੰ ਝਟਾਉਣ ਵਾਸਤੇ ਵੀ। ਮਤਲਬ ਅਸੀਂ ਪਹਿਲੀ ਗੱਲ ਤਾਂ ਇਹ ਹੈ ਜੀ ਵੀ LIC ਨੂੰ ਤੋੜ ਕੇ ਪ੍ਰਾਈਵੇਟ ਕੰਪਨੀਆਂ ਇੰਸ਼ੋਰੈਂਸ ਵਿੱਚ ਲਿਆਂਦੀਆਂ। ਵਿਦੇਸ਼ੀ ਕੰਪਨੀਆਂ ਨੇ ਸ਼ਰਤਾਂ ਜਿੱਦਾਂ ਦੀਆਂ ਲਾਈਆਂ ਖੇਤੀਬਾੜੀ ਇੰਸ਼ੋਰੈਂਸ ਦੀ, ਪਹਿਲੀ ਗੱਲ ਤਾਂ ਪੰਜਾਬ 'ਚੋਂ ਲਾਗੂ ਹੀ ਹੈ ਨਹੀਂ। ਜਿੱਥੇ ਲਾਗੂ ਆ ਉੱਥੇ ਲੋਕਾਂ ਕੋਲੋਂ ਪ੍ਰੀਮੀਅਮ ਦੇ ਰੂਪ ਵਿੱਚ 63,000 ਕਰੋੜ ਰੁਪਈਆ ਇਕੱਠਾ ਕੀਤਾ ਕੰਪਨੀਆਂ ਨੇ, ਪ੍ਰਾਈਵੇਟ ਕੰਪਨੀਆਂ ਨੇ। ਅਤੇ ਲਾਗੂ ਕਰਨ ਲਈ ਜਿੱਥੇ ਆ ਉਹਨਾਂ ਨੂੰ ਸਿਰਫ 143 ਕਰੋੜ ਵਾਪਸ ਕਿਸਾਨਾਂ ਨੂੰ ਦਿੱਤਾ, ਕਿਉਂਕਿ ਉਹ 'ਚ ਸ਼ਰਤ ਇਹ ਆ ਵੀ ਜੇ ਕੋਈ ਨੈਚੁਰਲ ਕਲੈਮਿਟੀ ਹੁੰਦੀ ਆ, ਕੁਦਰਤੀ ਆਫਤ ਆਉਂਦੀ ਆ, ਉਹਦੇ ਵਿੱਚ ਪੂਰਾ ਬਲੋਕ ਜਿਹੜਾ ਉਹਦਾ ਮੋਰ ਦੈਨ 80% ਲੋਸ ਹੋਣਾ ਚਾਹੀਦਾ, ਤਾਂ ਉਹ ਗਿਣਿਆ ਜਾਊਗਾ। ਜਦ ਕਿ ਕਦੇ ਵੀ ਗੜੇ ਪੂਰੇ ਬਲੋਕ 'ਚ ਨਹੀਂ ਪੈਂਦੇ, ਹਨੇਰੀ ਪੂਰੇ ਬਲੋਕ ਵਿੱਚ ਨਹੀਂ ਕਦੇ ਵੀ ਆਉਂਦੀ, ਗੜੇ ਅੱਧਾ ਪਿੰਡ ਛੱਡ ਜਾਂਦੇ ਆ। ਜੇ ਹੜ੍ਹ ਆਉਂਦੇ ਆ ਦਰਿਆਵਾਂ ਦੇ ਵਿੱਚ, ਉਹ ਵੀ ਅੱਧੇ ਪਿੰਡ ਬਲਦੀ ਆਉਂਦੀ ਆ, ਦੂਜੇ ਪਾਸੇ ਨਹੀਂ ਜਾਂਦੇ। ਇਸ ਕਰਕੇ ਇਹਨਾਂ ਨੇ ਰਫੇਲ ਨਾਲੋਂ ਵੀ ਦੁੱਗਣਾ ਧੋਖਾ ਜੋ ਕਿਸਾਨਾਂ ਨਾਲ ਕੀਤਾ। 63,000 ਕਰੋੜ ਦਾ ਇਹਦੇ ਵਿੱਚ ਗਬਨ ਆ, ਠੱਗੀ ਆ, ਗਬਨ ਨਾ ਕੋ ਠੱਗੀ, ਗਿਣੀ ਮਿਤੀ ਠੱਗੀ ਆ। 143 ਕਰੋੜ ਦੇ ਕੇ ਤੁਸੀਂ 63,000 ਇਕੱਠਾ ਕਰ ਰਹੇ ਆ। ਇਹ ਵਿਦੇਸ਼ੀ ਕੰਪਨੀਆਂ ਨੂੰ ਖੁੱਲ੍ਹਾ ਠੇਕਾ। ਅਸੀਂ ਮੰਗ ਇਹ ਕਰਦੇ ਹਾਂ ਵੀ ਪਰ ਏਕੜ ਲੋਸ ਗਿਣਿਆ ਜਾਵੇ, ਕਿਉਂ ਜੇ ਦਰਿਆ ਦੇ ਕੰਢੇ ਵੀ ਲੋਸ ਹੁੰਦਾ, ਕਈ ਵਾਰੀ 10 ਏਕੜ ਦਾ ਹੋ ਜਾਂਦਾ, ਨਾਲ ਦੇ 50 ਏਕੜ ਬਚ ਜਾਂਦੇ ਆ। ਉਦੋਂ ਗਾਂਹ 40 ਏਕੜ ਹੋ ਜਾਂਦੇ ਆ, ਨਾਲ ਦਾ 100 ਏਕੜ ਬਚ ਜਾਂਦਾ। ਪਰ 1 ਏਕੜ ਨੂੰ ਇਕਾਈ ਗਿਣ ਕੇ ਉਹਦਾ ਜਿਹੜਾ ਇੰਸ਼ੋਰੈਂਸ ਦੇਣੀ ਚਾਹੀਦੀ ਆ, ਅਤੇ 5 ਏਕੜ ਤੋਂ ਘੱਟ ਬਣਿਆ ਦਾ ਪ੍ਰੀਮੀਅਮ ਸਰਕਾਰ ਕੋਲੋਂ ਦੇਵੇ। ਹਰ ਕਿਸਾਨ ਇੰਸ਼ੋਰੈਂਸ ਨਹੀਂ ਕਰ ਸਕਦਾ। ਤੁਹਾਡੇ ਕੋਲ ਇਸ ਕਾਗਜ਼ ਦੇ ਉੱਤੇ, ਇਸ ਡਾਕੂਮੈਂਟ ਦੇ ਉੱਤੇ ਟਿੱਪਣੀ ਲੈਣੀ ਚਾਹੁੰਦੇ ਹਾਂ। ਜਦੋਂ ਕਿ ਆਪਾਂ ਸਮਝਦੇ ਹਾਂ ਵੀ ਵੈਲ ਅਤੇ ਸ਼ੈਲ 2 ਅੱਖਰ ਵੀ ਇਹਨਾਂ ਨੇ ਆਪਸ ਵਿੱਚ ਹੀ ਅਦਲ ਬਦਲ ਕਰ ਦੇਣਾ, ਤਾਂ ਉਹਦਾ ਸਾਰੇ ਦੇ ਸਾਰੇ ਮਾਇਨੇ ਬਦਲ ਜਾਂਦੇ ਆ ਕਿਸੇ ਵੀ ਸੈਂਟੈਂਸ ਦੇ, ਕਿਸੇ ਵੀ ਪੈਰੇ ਦੇ। ਇਸੇ ਤਰੀਕੇ ਨਾਲ ਇਹਨਾਂ ਨੇ ਕਿਹਾ ਆ ਵੀ ਕਿਸਾਨਾਂ ਨੂੰ ਭੰਬਲ ਭੂਸੇ ਵਿੱਚ ਪਾ ਰਹੀ ਹੈ ਵਿਰੋਧੀ ਧਿਰ 'ਤੇ ਦੋਸ਼ ਲਾਏ ਨੇ, ਅਤੇ ਉਹਨਾਂ ਨੇ ਝੂਠ ਤੇ ਸੱਚ ਦਾ ਨਤਾਰਾ ਕੀਤਾ। ਉਹਦੇ ਵਿੱਚ 4-5 ਪੁਆਇੰਟ ਉਹਨਾਂ ਨੇ ਦਰਜ ਕੀਤੇ ਨੇ। ਉਹਨਾਂ 'ਤੇ ਇਕੱਲੇ ਟਿੱਪਣੀ ਤੁਹਾਤੋਂ ਲੈ ਲੈਂਦੇ ਹਾਂ, ਤਾਂ ਜੋ ਜਿਹੜੇ ਸਾਡੇ ਦਰਸ਼ਕ ਨੇ ਸੰਗਰਾਮੀ ਲਹਿਰ ਦੇ, ਉਹਨਾਂ ਨੂੰ ਸੌਖਿਆਂ ਸਮਝ ਲੱਗ ਸਕੇ ਵੀ ਸਰਕਾਰ ਜਿਹੜੀ ਆ, ਮੋਦੀ ਸਰਕਾਰ ਅਤੇ ਪਲੱਸ ਭਾਰਤੀ ਜਨਤਾ ਪਾਰਟੀ ਜਿਹਦੇ ਵੱਲੋਂ ਇਹ ਡਾਕੂਮੈਂਟ ਜਿਹੜਾ ਜਾਰੀ ਕੀਤਾ ਗਿਆ ਆ, ਵੀ ਉਹ ਸੱਚ ਕੀ ਹੈ। ਉਹਦੇ 'ਤੇ ਪਹਿਲਾ ਜਿਹੜਾ ਸਵਾਲ ਹੈ, ਉਹ 'ਚ ਉਹਨਾਂ ਨੇ ਲਿਖਿਆ ਵੀ ਝੂਠ ਇਹ ਬੋਲਿਆ ਜਾ ਰਿਹਾ MSP 'ਤੇ ਅਨਾਜ ਦੀ ਖਰੀਦ ਬੰਦ ਹੋ ਜਾਵੇਗੀ।
ਤੇ ਸੱਚ ਉਹ ਕਹਿੰਦੇ ਆ ਵੀ MSP ਤੇ ਪਹਿਲਾਂ ਵਾਂਗ ਖਰੀਦ ਜਾਰੀ ਸੀ, ਜਾਰੀ ਹੈ ਤੇ ਜਾਰੀ ਰਹੇਗੀ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਜਿਹੜਾ ਸੱਚ ਕਹਿੰਦੇ ਆ ਟੋਟਲ ਝੂਠ ਆ। MSP ਜਾਰੀ ਰਹੂਗੀ, MSP ਜਾਰੀ ਰਹੂਗੀ, ਜੇ ਖਰੀਦ ਨਹੀਂ ਰਹੂਗੀ ਤਾਂ ਉਹਦਾ ਕੀ ਫਾਇਦਾ ਹੋਊਗਾ। ਬਿਹਾਰ ਵਿੱਚ 2006 'ਚ ਮੈਂ ਤੁਹਾਨੂੰ ਦੱਸਿਆ MSP ਬੰਦ ਕੀਤੀ ਸੀ, ਮੰਡੀਆਂ 9000 ਤੋਂ ਕੱਟ ਕੇ 1600 ਰਹਿ ਗਈਆਂ। ਪੰਜਾਬ ਦੇ ਵਿੱਚ MSP ਚੱਲਦੀ ਆ, ਮੰਡੀਆਂ 1600 ਤੋਂ ਵੱਧ ਕੇ 4200 ਹੋ ਗਈਆਂ। ਕੋਵਿਡ-19 ਕਰਕੇ ਮੰਡੀਆਂ ਹੋਰ ਵਧਾਤੀਆਂ, ਉਹ ਕਿਸਾਨਾਂ ਨੂੰ ਹੋਰ ਸਹੂਲਤ ਹੋ ਗਈ। ਜੇ MSP ਨਹੀਂ ਜਾਰੀ ਹੀ ਰੱਖਣੀ ਆ ਤੇ ਨਾਲ ਕੰਪੀਟੀਸ਼ਨ ਤੇ ਦੂਜੇ ਪ੍ਰਾਈਵੇਟ ਪਲੇਅਰ ਕਿਉਂ ਲਿਆਉਣੇ ਆ? ਜੇ ਪ੍ਰਾਈਵੇਟ ਪਲੇਅਰ ਸਾਨੂੰ ਫਾਇਦਾ ਦਿੰਦੇ ਆ ਤੇ ਉਹਨਾਂ ਨੇ ਬਿਹਾਰ ਯੂਪੀ ਵਿੱਚ ਫਾਇਦਾ ਕਿਉਂ ਨਹੀਂ ਦਿੱਤਾ? ਬਿਹਾਰ ਯੂਪੀ ਦਾ ਝੋਨਾ ਇੱਥੇ ਪੰਜਾਬ 'ਚ ਆ ਕੇ ਵਿਕ ਰਿਹਾ, ਹਰਿਆਣੇ ਜਾ ਕੇ ਵਿਕ ਰਿਹਾ। ਕਿਸਾਨਾਂ ਨੇ 1300 ਟਰੱਕ ਨਾਕਿਆਂ ਦੇ ਵਿੱਚ ਨਾਕੇ ਲਾਏ ਕਰਕੇ ਫੜਿਆ, ਔਰ ਸਾਰਾ ਹੀ ਉਹਨੂੰ ਰਲ ਮਿਲ ਕੇ ਅਫਸਰਸ਼ਾਹੀ ਇੱਕ ਨੰਬਰ ਦਾ ਬਣਾਉਂਦੀ ਆ। ਉਹ 'ਚ ਕਾਂਗਰਸੀ ਲੀਡਰ ਵੀ ਆ, ਉਹ 'ਚ ਅਕਾਲੀ ਲੀਡਰ ਵੀ ਆ, ਉਹ 'ਚ BJP ਲੀਡਰ ਵੀ ਆ। ਵਪਾਰੀ ਕੋਈ ਹੋਵੇ ਦੀ ਕੋਈ ਪਾਰਟੀ ਨਹੀਂ ਹੁੰਦੀ। ਵਪਾਰੀ ਬਿਹਾਰ ਦਾ ਝੋਨਾ ਜਿਹੜਾ ਉੱਥੋਂ 1000-1200 ਨੂੰ ਵਿਕਦਾ, ਇੱਥੇ ਲਿਆ ਕੇ ਉਹ 1900 ਨੂੰ ਵੇਚ ਰਿਹਾ, 1888 ਨੂੰ ਵੇਚ ਰਹੇ ਆ। ਇੱਥੇ ਪੰਜਾਬ ਦਾ ਜਿਹੜੀ ਲਿਮਟ ਹੈ ਉਹ ਪੂਰੀ ਹੋਣ 'ਤੇ ਜਾ ਰਹੀ ਆ। ਬਾਹਰਲਾ ਝੋਨਾ ਆ ਕੇ ਜੇ ਇੱਥੇ ਪੰਜਾਬ 'ਚ ਵਿਕੂਗਾ ਤਾਂ CCL ਜਿਹੜੀ ਆ ਸੈਂਟਰ ਸਾਨੂੰ ਦਿੰਦੀ ਆ, ਉਹ ਖਤਮ ਹੋ ਜਾਣੀ ਆ। ਇੱਥੇ ਦਾ ਝੋਨਾ ਮੁੜ ਕੇ ਵਿਕਣਾ ਨਹੀਂ, ਅਸੀਂ ਫਿਰ ਮੁੜ ਕੇ ਜਾ ਕੇ ਬਿਹਾਰ 'ਚ ਵੇਚਾਂਗੇ, ਉਹਨੂੰ ਕਿੱਥੇ ਵੇਚਾਂਗੇ? ਇਹ ਉਹਦਾ ਧੋਖਾ ਹੈ ਇੱਕ ਤਰ੍ਹਾਂ ਦਾ। ਦੂਜਾ ਉਹਨਾਂ ਨੇ ਕਿਹਾ ਹੈ ਵੀ ਕਿਸਾਨ ਖੇਤੀ ਉਪਜ ਜੇਕਰ ਪੰਜੀਕ੍ਰਿਤ ਮਤਲਬ ਰਜਿਸਟਰਡ ਬਾਜ਼ਾਰ ਸਮਤੀਆਂ ਜਿਹੜੀਆਂ APMC ਮੰਡੀਆਂ ਦੇ ਬਾਹਰ ਵੇਚਣਗੇ ਤਾਂ ਮੰਡੀਆਂ ਖਤਮ ਹੋ ਜਾਣਗੀਆਂ। ਤੇ ਉਹ ਕਹਿੰਦੇ ਸੱਚ ਇਹ ਆ ਵੀ ਮੰਡੀਆਂ ਖਤਮ ਨਹੀਂ ਹੋਣਗੀਆਂ ਤੇ ਉੱਥੇ ਪਹਿਲਾਂ ਵਾਂਗ ਵਪਾਰ ਹੁੰਦਾ ਰਹੇਗਾ। ਕਿਸਾਨਾਂ ਨੂੰ ਮੰਡੀ ਦੇ ਨਾਲ ਤੇ ਹੋਰ ਸਥਾਨਾਂ 'ਤੇ ਆਪਣੀ ਉਪਜ ਵੇਚਣ ਦਾ ਰਸਤਾ ਪ੍ਰਾਪਤ ਹੋਏਗਾ। ਜਿਵੇਂ ਪਹਿਲਾਂ ਕਿਹਾ 85% ਕਿਸਾਨ ਤਾਂ 5 ਏਕੜ ਤੋਂ ਘੱਟ ਵਾਲੇ ਆ, ਉਹ ਕਿੱਥੇ ਜਾ ਕੇ E-ਕਮਰਸ ਕਰਨਗੇ? ਮੈਂ ਕੈਨੇਡਾ ਜਾ ਕੇ ਆਇਆ, 5-5 ਹਜ਼ਾਰ ਕਿਲੋਮੀਟਰ 'ਤੇ ਜਾ ਕੇ ਫਸਲ ਵੇਚਦੇ ਆ। ਐਕਸਪੋਰਟ ਤੋਂ ਚੱਕਦੇ ਆ ਸਮਾਨ, ਜਾ ਕੇ ਉਹ ਕੈਲਗਰੀ ਟੋਰਾਂਟੋ ਤੋਂ ਗਾਂਹ ਜਾ ਕੇ ਵੇਚਦੇ ਆ। ਅਮਰੀਕਾ ਦੇ ਵਿੱਚ ਇਹ ਮਾਡਲ ਫੇਲ ਹੋ ਚੁੱਕਾ। ਇਹ ਇਨਫੈਕਟ ਇਹ ਆ ਵੀ ਜਿਹੜਾ ਕਿਸਾਨ ਆ ਉਹ ਨੇੜੇ ਤੋਂ ਨੇੜੇ ਮੰਡੀ ਚਾਹੁੰਦਾ। ਜੇ ਪ੍ਰਾਈਵੇਟ ਪਲੇਅਰ ਜਾਂ ਸਾਨੂੰ ਫਾਇਦਾ ਦਿੰਦੇ, ਉਹ ਮੈਂ ਪਹਿਲਾਂ ਕਹਿ ਚੁੱਕਾ, ਬਿਹਾਰ 'ਚ ਕਿਉਂ ਨਹੀਂ ਫਾਇਦਾ ਹੋਇਆ? ਯੂਪੀ 'ਚ ਕਿਉਂ ਨਹੀਂ ਫਾਇਦਾ ਹੋਇਆ? ਆਂਧਰਾ 'ਚ ਕਿਉਂ ਨਹੀਂ ਫਾਇਦਾ ਹੋਇਆ? ਬਿਹਾਰ ਦੀ ਪਰ ਹੈਡ ਇਨਕਮ ਜਿਹੜੀ ਕਿਸਾਨ ਦੀ ਆ ਉਹ 7100 ਰੁਪਏ ਆ, ਹਰਿਆਣੇ ਦੀ 18000 ਰੁਪਈਆ ਆ, ਪੰਜਾਬ ਦੀ 23000 ਰੁਪਈਆ ਹੈ। ਜੇ ਥੋੜ੍ਹਾ ਬਹੁਤ MSP ਸਾਡੇ ਹਿਸਾਬ ਨਾਲ ਨਹੀਂ ਵੀ ਮਿਲਦਾ ਸੀ, ਕੋਈ ਕਮੀ ਸੀ, ਪਰ ਉਹਦੇ ਬਾਵਜੂਦ ਇੱਕ ਗਰੰਟੀ ਤਾਂ ਹੈ। ਮੱਕੀ 1850 ਵਾਲੀ 700 ਨੂੰ ਵਿਕੀ ਹੈ, ਉਹ ਵੀ ਕਿਵੇਂ ਫਾਇਦਾ ਹੋ ਜੂ? ਬਿਹਾਰ ਦਾ ਕਿਸਾਨ ਮੱਕੀ ਬੀਜਣੋਂ ਹਟ ਗਿਆ ਕਿਉਂਕਿ ਕੋਸਟ ਉਹਦੀ 800 ਰੁਪਈਆ, ਵਿਕਦੀ 500 ਨੂੰ। ਤੀਜਾ ਉਹਨਾਂ ਨੇ ਕਿਹਾ ਵੀ ਇਕਰਾਰ ਕੀਤੇ ਗਏ ਖੇਤੀ ਸਮਝੌਤੇ ਵਿੱਚ ਕਿਸਾਨਾਂ ਦਾ ਪੱਖ ਕਮਜ਼ੋਰ ਹੋਵੇਗਾ ਤੇ ਉਹ ਕੀਮਤਾਂ ਦਾ ਨਿਰਧਾਰਨ ਨਹੀਂ ਕਰ ਸਕਣਗੇ। ਉਹ ਕਹਿੰਦੇ ਸੱਚ ਇਹ ਆ ਵੀ ਕਿਸਾਨ ਨੂੰ ਇਕਰਾਰਨਾਮੇ ਵਿੱਚ ਪੂਰੀ ਆਜ਼ਾਦੀ ਰਹੇਗੀ ਤੇ ਉਹ ਆਪਣੀ ਮਰਜ਼ੀ ਨਾਲ ਮੁੱਲ ਤੈਅ ਕਰਕੇ ਫਸਲ ਵੇਚ ਸਕੇਗਾ। ਇਦੋਂ ਵੱਡਾ ਝੂਠ ਕੋਈ ਨਹੀਂ ਹੋ ਸਕਦਾ। ਜੇ ਸਰਕਾਰ ਵਿੱਚ ਖੜੀ ਹੋਊਗੀ ਤੇ ਪ੍ਰਾਈਵੇਟ ਵਪਾਰੀ ਨੂੰ ਪਹਿਲਾਂ ਵੀ ਖਰੀਦਣ ਦੀ ਆਜ਼ਾਦੀ ਹੈ। ਪਹਿਲਾਂ ਜਿਹੜਾ ਮੰਡੀ ਸਿਸਟਮ ਆ ਹਰਿਆਣੇ ਪੰਜਾਬ ਦਾ, ਉਹਦੇ ਵਿੱਚ ਲਿਖਿਆ MSP ਦਾ ਮਤਲਬ ਮਿਨੀਮਮ ਸਪੋਰਟ ਪ੍ਰਾਈਸ, ਨੋਟ ਪ੍ਰਾਈਸ। ਇਹ ਪੂਰੀ ਫਸਲ ਦੀ ਕੀਮਤ ਨਹੀਂ, ਇਹ ਘੱਟੋ ਘੱਟ ਕੀਮਤ ਆ। ਇਦੋਂ ਵੱਧ ਕੋਈ ਵੀ ਵਪਾਰੀ ਖਰੀਦ ਸਕਦਾ, ਕਦੇ ਪਾਬੰਦੀ ਨਹੀਂ ਸੀ। ਉਹ ਬੋਲੀ ਹੁੰਦੀ ਆ, ਉਸੇ ਮੰਡੀ ਵਿੱਚ ਜਾ ਖਰੀਦ ਲਿਆ, ਕੌਣ ਰੋਕਦਾ ਉਹਨਾਂ ਨੂੰ? ਇਹ ਮੰਡੀ ਤੋਂ ਬਾਹਰ ਕਿਉਂ ਮੰਡੀ ਇੱਕ ਬਣਾਈ ਜਾ ਰਹੀ ਹੈ, ਜਿਹਦੇ ਵਿੱਚੋਂ ਸੂਬਿਆਂ ਦੀਆਂ ਸਰਕਾਰਾਂ ਨੂੰ ਕੁਛ ਨਾ ਕੁਛ ਆਮਦਨ ਵੀ ਹੁੰਦੀ ਸੀ। ਸਰਕਾਰ ਨੂੰ ਅਨਾਜ ਵਿੱਚੋਂ ਵੇਚ ਕੇ ਗਾਂ ਪ੍ਰੋਫਿਟ ਵੀ ਹੁੰਦਾ ਸੀ, ਸੈਂਟਰ ਨੂੰ ਵੀ ਪ੍ਰੋਫਿਟ ਹੁੰਦਾ ਸੀ, ਸੂਬੇ ਦੀਆਂ ਸਰਕਾਰਾਂ ਨੂੰ ਵੀ ਕੁਛ ਟੈਕਸ ਮਿਲਦਾ ਸੀਗਾ। ਇਹ ਪਹਿਲੀ ਗੱਲ ਤਾਂ ਸੂਬੇ ਦੇ ਅਧਿਕਾਰਾਂ 'ਤੇ ਛਾਪ ਆ। ਖੇਤੀਬਾੜੀ ਦਾ ਜਿਹੜਾ ਸਿਸਟਮ ਆ ਉਹ ਸੂਬਾ ਸਰਕਾਰਾਂ ਦੇ ਪ੍ਰਯੋਗ ਵਿੱਚ ਆਉਂਦਾ, ਸੈਂਟਰ ਦੇ ਨਹੀਂ ਆਉਂਦਾ। ਕਾਂਗਰਸ ਦੇ ਬਹਾਨੇ ਉਹਨਾਂ ਨੇ ਧੱਕੇ ਨਾਲ ਖੋਹ ਲਿਆ। ਅਸਲ ਦੇ ਵਿੱਚ ਸਾਰਾ ਕੁਛ ਇੱਕ ਦੇਸ਼ ਇੱਕ ਮੰਡੀ ਦੇ ਨਾਂ 'ਤੇ ਸੂਬਿਆਂ ਕੋਲੋਂ ਸਾਰੇ ਅਧਿਕਾਰ ਖੋਏ ਜਾ ਰਹੇ ਆ। ਇਹ ਮਤਲਬ ਜੇ ਪ੍ਰੋਫਿਟੇਬਲ ਹੋਵੇ, ਬਾਹਰਲਾ ਵਪਾਰੀ ਚੰਗਾ ਹੋਵੇ, ਤੇ ਜੋ ਅਮਰੀਕਾ ਦਾ ਕਿਸਾਨ ਖੁਦਕੁਸ਼ੀ ਕਿਉਂ ਕਰਦਾ? ਅਮਰੀਕਾ ਦਾ ਕਿਸਾਨ ਨੂੰ ਬਚਾਇਆ ਜਾ ਰਿਹਾ $60,000 ਪ੍ਰਤੀ ਸਾਲ, ਉਹਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ। ਕਿਸਾਨ ਉੱਥੇ ਦਾ ਵੀ ਘਾਟੇ 'ਚ ਆ, ਖੇਤੀਬਾੜੀ ਘਾਟੇ 'ਚ ਆ, ਪਰ $60,000 ਤੁਸੀਂ ਅੰਦਾਜ਼ਾ ਲਾਓ, 47-48 ਲੱਖ ਰੁਪਈਆ ਸਾਡਾ ਬਣਦਾ ਹਿੰਦੁਸਤਾਨ ਦਾ। ਯੂਰਪੀਅਨ ਯੂਨੀਅਨ ਦੇ ਵਿੱਚ $32,000 ਦਿੱਤਾ ਜਾਂਦਾ ਕਿਸਾਨ ਨੂੰ ਜੀਂਦਾ ਰੱਖਣ ਲਈ, ਅਤੇ ਸਾਨੂੰ ਸਬਸਿਡੀ ਮਿਲਦੀ ਹੈ ਹਿੰਦੁਸਤਾਨ 'ਚ $200। $200 ਵੀ ਇੰਡਸਟਰੀ ਵਾਲਿਆਂ ਨੂੰ ਮਿਲਦੀ ਹੈ, ਕਿਸਾਨ ਕੋਲ ਨਹੀਂ ਪਹੁੰਚਦੀ। ਇਹ ਕਿਸਾਨ ਕਿਵੇਂ ਬਚੇਗਾ? ਅਗਲਾ ਉਹਨਾਂ ਨੇ ਕਿਹਾ ਵੀ ਛੋਟੇ ਕਿਸਾਨ ਕੰਟਰੈਕਟ ਖੇਤੀ ਇਕਰਾਰਨਾਮੇ ਦੀ ਖੇਤੀ, ਜਿਵੇਂ ਆਪਾਂ ਕਹਿ ਲਓ
ਵੀ ਉਹ ਕਿਵੇਂ ਕਰ ਸਕਣਗੇ, ਕਿਉਂਕਿ ਸਰਕਾਰ ਇਕਰਾਰ ਕਰਨ ਵਾਲੇ ਉਹਨਾਂ ਤੋਂ ਪਰਹੇਜ਼ ਕਰ ਸਕਦੇ ਹਨ। ਅਤੇ ਉਹ ਕਹਿੰਦੇ ਸੱਚ ਇਹ ਆ, ਦੇਸ਼ ਵਿੱਚ 10,000 ਕਿਸਾਨ ਉਤਪਾਦਕ ਸਮੂਹ FPO ਬਣਾਏ ਜਾ ਰਹੇ ਆ। ਇਕਰਾਰਨਾਮਾ ਸਿਰਫ ਫਸਲ 'ਤੇ ਲਾਗੂ ਹੋਵੇਗਾ, ਜ਼ਮੀਨ 'ਤੇ ਨਹੀਂ। ਜਿਵੇਂ ਕਿ ਡਾਊਟ ਕੀਤਾ ਜਾਂਦਾ ਵਾ ਵੀ ਜ਼ਮੀਨ ਵੀ ਉਹਨਾਂ ਨੇ ਲੈ ਲੈਣੀ ਆ, ਅਤੇ ਉਹਦਾ ਉਹ ਜਵਾਬ ਦਿੰਦੇ ਵੀ ਸੱਚ ਆਹ ਆ। ਇਹ ਸੱਚ ਦੇ ਵਿੱਚ ਇਹ ਝੂਠ ਆ। ਇਕੱਲੇ ਕਿਸਾਨ ਨੇ ਐਗਰੀਮੈਂਟ ਕੋਈ ਨਹੀਂ ਕਰ ਰਿਹਾ, ਕਿਸਾਨਾਂ ਦਾ ਸਮੂਹ ਬਣਾਇਆ ਜਾ ਰਿਹਾ। ਉਹ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਕਹਿੰਦੇ 5,000 ਏਕੜ ਤੋਂ ਘੱਟ ਅਸੀਂ ਜ਼ਮੀਨ ਨਹੀਂ ਲੈਣੀ, 15 ਸਾਲ ਤੋਂ ਘੱਟ ਅਸੀਂ ਕੰਟੈਕਟ ਨਹੀਂ ਕਰਨਾ। ਉਹਨਾਂ ਨੇ ਇਹ ਸਾਡੀ ਕਣਕ ਝੋਨਾ ਨਹੀਂ ਬੀਜਣਾ, ਉਹਨੇ ਆਪਣੀ ਮਰਜ਼ੀ ਨਾਲ ਫਰੂਟ ਉਗਾਉਣਾ, ਮਰਜ਼ੀ ਦੀਆਂ ਫਸਲਾਂ ਉਗਾਉਣੀਆਂ, ਮਰਜ਼ੀ ਦੇ ਨਾਲ ਦਾ ਸਿਸਟਮ ਬਣਾਉਣਾ, ਉਹਦੇ ਵਿੱਚ ਸੈਲੋ ਬਣਾਉਣੇ ਆ, ਸਾਰਾ ਕੁਛ ਉਹਨੀ ਮਰਜ਼ੀ ਨਾਲ ਬਣਾਉਣਾ। ਉਹ 'ਤੇ ਉਹ ਲੋਨ ਲੈ ਸਕਦੇ ਆ ਸਾਡੇ ਨਾਲ ਐਗਰੀਮੈਂਟ ਤੋਂ ਬਾਅਦ। ਲੋਨ ਲੈ ਕੇ ਕਈ ਵਾਰੀ ਉਹ ਚਲੇ ਜਾਂਦੇ ਆ। ਇਦੋਂ ਬਿਨਾਂ ਇਹਦੀਆਂ 2 ਐਗਜ਼ਾਮਪਲਾਂ ਮੈਂ ਦੇ ਸਕਦਾ। ਇਹ ਜਿਹੜੇ ਇਹਦੇ ਵਿੱਚ ਬੋਲਣ ਵਾਲੇ ਆ ਉਹ ਗੁਜਰਾਤ ਨਾਲ ਸੰਬੰਧਿਤ ਆ। ਗੁਜਰਾਤ ਦੇ ਵਿੱਚ ਪੈਪਸੀ ਵਾਲਿਆਂ ਨੇ ਆਲੂ ਬਜਾਏ ਅਤੇ ਮੁੜ ਕੇ ਪੈਪਸੀ ਵਾਲਿਆਂ ਨੇ 8 ਕਰੋੜ ਦਾ ਕੇਸ ਕਰਤਾ ਬਾਈਆਂ ਕਿਸਾਨਾਂ 'ਤੇ ਵੀ ਤੁਸੀਂ ਸਾਡੀ ਟੈਕਨੀਕ ਚੋਰੀ ਕਰ ਲਈ ਹੈ। ਇਹਦੇ ਨਾਲ ਸਾਡੇ ਜਿਹੜੇ ਆ ਚਿਪਸ ਨਹੀਂ ਬਣਦੇ, ਇਹਦਾ ਸਾਈਜ਼ ਬੜਾ ਆ, ਛੋਟਾ ਆ। ਉਹਦੇ ਵਿੱਚ ਹਰ ਵੈਰਾਇਟੀ ਦੇ ਵਿੱਚ ਕੁਆਲਿਟੀ ਸ਼ਬਦ ਲਿਖਿਆ ਆ। ਕੁਆਲਿਟੀ ਦੇ ਨਾਂ 'ਤੇ ਕਿਸੇ ਵੇਲੇ ਕਹਿ ਤੁਹਾਡੀ ਫਸਲ ਖਰੀਦਣ ਯੋਗ ਨਹੀਂ। ਇਹਦੇ ਵਿੱਚ ਪੈਸਟੀਸਾਈਡ ਦੀ ਮਾਤਰਾ ਜ਼ਿਆਦਾ ਆ, ਇਹ 'ਚ ਵੀਡੀਸਾਈਡ ਜ਼ਿਆਦਾ ਪਾਇਆ ਆ, ਇਹਦੇ ਵਿੱਚ ਤੁਸੀਂ ਖਾਦ ਜ਼ਿਆਦਾ ਪਾਇਆ ਆ। ਕੁਆਲਿਟੀ ਦੇ ਨਾਂ 'ਤੇ ਜਦੋਂ ਮਰਜ਼ੀ ਕੀਮਤ ਜਿੰਨੀ ਮਰਜ਼ੀ ਉਹ ਘਟਾ ਸਕਦੇ ਆ। ਦੂਜੀ ਗੱਲ, ਮੱਧ ਪ੍ਰਦੇਸ਼ ਦੇ ਵਿੱਚ ਕਾਲੇ ਚੌਲ ਬਜਾਏ ਸੀ ਇੱਕ ਕੰਪਨੀ, ਵਿਦੇਸ਼ੀ ਕੰਪਨੀ ਨੇ। ਉਹਨੇ ਕਾਲੇ ਚੌਲ ਖਰੀਦ ਲਏ, ਕੰਪਨੀ ਲੱਭੀ ਨਹੀਂ ਮੁੜ ਕੇ ਕਿੱਥੇ ਦੀ ਆ, ਕੌਣ ਕੰਪਨੀ ਕੌਣ ਨਹੀਂ, ਕਿੱਥੇ ਦੀ ਆ ਪਤਾ ਹੀ ਨਹੀਂ ਗਾ। ਅਗਲੀ ਗੱਲ, ਲਾਇਸੈਂਸ ਲੈ ਕੇ ਇੱਥੇ ਵਪਾਰੀ ਖਰੀਦਦੇ ਆ ਸਾਡੇ ਤੋਂ ਫਸਲ, ਸਾਨੂੰ ਪਤਾ ਕਿੱਥੇ ਦਾ ਵਪਾਰੀ ਆ, ਕਿੱਥੇ ਦਾ ਰਹਿਣ ਵਾਲਾ ਆ, ਲਾਇਸੈਂਸ ਸਰਕਾਰ ਨੇ ਦਿੱਤਾ ਆ। ਇਹ ਨਹੀਂ ਤਾਂ ਕਹਿੰਦਾ ਪੈਨ ਕਾਰਡ ਨਾਲ ਜਿਹੜਾ ਮਰਜ਼ੀ ਖਰੀਦ ਲੈ। 3 ਦਿਨ ਵਿੱਚ ਸਾਨੂੰ ਮਿਲਣਾ ਪੈਸਾ, 3 ਦਿਨ ਵਿੱਚ ਤਾਂ ਉਹਨਾਂ ਦੇ ਏਜੰਟ ਹੀ ਨਹੀਂ ਰੱਖੇ ਹੁੰਦੇ ਆ, ਉਹ ਅਰਬਾਂ ਰੁਪਏ ਦੀ ਖਰੀਦ ਸਕਦੇ ਆ। ਐਮਾਜੋਨ ਕੰਪਨੀ ਤੁਸੀਂ ਜਾਣਦੇ ਹੋ ਸਰਜੀਤ ਜੀ, ਐਮਾਜੋਨ ਕੰਪਨੀ ਦਾ ਸਟੋਰ ਕਿੱਥੇ ਆ? ਐਮਾਜੋਨ ਕੰਪਨੀ ਦਾ ਹੈੱਡਕੁਆਟਰ ਕਿੱਥੇ ਆ? ਅਮਰੀਕਾ 'ਚ। ਸਮਾਨ ਉਹ ਲਿਆ ਕੇ ਘਰ ਭੇਜਦੇ ਆ। ਐਮਾਜੋਨ ਦਾ ਤੁਹਾਨੂੰ ਮਾੜਾ ਮਾਲ ਮਿਲ ਗਿਆ, ਕਿੱਥੇ ਮੋੜ ਕੇ ਦੋਗੇ ਉਹਨਾਂ ਨੂੰ? ਮੈਂ ਰਿਮੋਟ ਮੰਗਾਇਆ ਥੋੜ੍ਹੇ ਦਿਨ ਪਹਿਲਾਂ, ਉਹ ਚੱਲਿਆ ਨਹੀਂ ਆ, ਕਿੱਥੇ ਦੇਈਏ? ਉਹ ਕੋਲ ਪਿਆ। ਐਮਾਜੋਨ ਕੰਪਨੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ, ਉਹਦਾ ਕੋਈ ਸਟੋਰ ਨਹੀਂ, ਕੋਈ ਉਹਦੇ ਮਾਲਕ ਦਾ ਨਹੀਂ ਪਤਾ, ਕੋਈ ਕਰਿੰਦੇ ਦਾ ਨਹੀਂ ਪਤਾ ਕਿੱਥੋਂ ਆਉਂਦਾ। ਗੱਡੀ 'ਚ ਆਉਂਦੇ ਸਮਾਨ ਦਿੰਦੇ ਚੱਲ ਜਾਂਦੇ, ਗੱਲ ਮੁੱਕ ਜਾਂਦੀ ਉਹਨਾਂ ਦੀ। ਇੱਦਾਂ ਦਾ ਸਿਸਟਮ ਉਹ ਬਣਾਉਣਾ ਚਾਹੁੰਦੇ ਆ ਵੀ ਵਪਾਰੀ ਦਾ ਨਾ ਪਤਾ ਹੋਵੇ ਕੌਣ ਆ, ਸਿਰਫ ਤੁਹਾਡੇ ਕੋਲ ਪੈਨ ਕਾਰਡ ਹੋਵੇ। ਪੈਨ ਕਾਰਡ ਦੀ ਵੀ ਲੋੜ ਨਹੀਂ, ਉਹ ਤਾਂ ਜਾਲੀ ਬਣ ਜਾਂਦਾ, ਜਿਹਦੇ ਨਾਂ ਦਾ ਮਰਜ਼ੀ ਬਣਾ ਲਓ। ਸਾਡਾ ਸਿਸਟਮ ਇੱਦਾਂ ਦਾ ਆ। ਇਹ ਇੱਕ ਲੁੱਟਣ ਦਾ ਢੰਗ ਆ। ਵੱਡੇ ਫਾਰਮ ਬਣਾਉਣੇ ਆ। ਇਹਨਾਂ ਦਾ ਜਿਹੜਾ ਨੀਤੀ ਆਯੋਗ ਆ ਉਹਨੇ ਲਿਖਤੀ ਕਿਹਾ ਆ, ਆਪਣੇ ਵੱਲੋਂ ਪਾਲਿਸੀ ਮੈਟਰ ਬਣਾਇਆ ਆ ਵੀ ਅਸੀਂ 58% ਕਿਸਾਨ ਖੇਤੀ ਕਰਦਾ, ਕਿਸਾਨ ਖੇਤੀ ਨਾਲ ਸੰਬੰਧਿਤ ਆ। ਉਹ 'ਚੋਂ 38% ਲੋਕਾਂ ਨੂੰ ਬਾਹਰ ਕੱਢਣਾ। 38% 'ਤੇ ਰੌਲਾ ਪੈ ਗਿਆ, ਹੁਣ ਕਿਤੇ 18% ਕੱਢਣਾ। ਹੌਲੀ ਹੌਲੀ ਰਿਐਲਿਟੀ ਇਹੀ ਆ ਵੀ ਜਿਵੇਂ ਅਮਰੀਕਾ 'ਚ 3% ਕਿਸਾਨ ਖੇਤੀ ਕਰਦੇ ਆ, ਯੂਰਪੀਅਨ ਯੂਨੀਅਨ 'ਚ 5% ਖੇਤੀ ਕਰਦੇ ਆ, ਹਿੰਦੁਸਤਾਨ 'ਚ ਛੋਟੀ ਕਿਸਾਨੀ ਨੂੰ ਖੇਤੀ 'ਚੋਂ ਕੱਢ ਕੇ ਲੇਬਰ 'ਚ ਭੇਜਣਾ ਚਾਹੁੰਦੇ ਆ। ਲੇਬਰ ਪਹਿਲਾਂ ਹੀ ਅਨਪਲਾਈਡ ਬਹੁਤ ਜ਼ਿਆਦਾ ਆ। ਇੱਥੇ ਅਨਾਰਕੀ ਇੰਨੀ ਫੈਲੂਗੀ, ਜਾਂ ਖੁਦਕਸ਼ੀ ਦਾ ਬਾਜ਼ਾਰ ਚੱਲੂ, ਜਾਂ ਇੱਥੇ ਮਾਰ ਧਾੜ ਹੋਊਗੀ। ਅਨਾਰਕੀ ਫੈਲਣ ਦਾ ਬੜਾ ਮਾਹੌਲ ਆ, ਕਿਉਂਕਿ ਇੱਥੇ ਆਬਾਦੀ ਸਾਡੇ ਬਹੁਤ ਜ਼ਿਆਦਾ ਆ। ਅਗਲਾ ਉਹ ਕਹਿੰਦੇ ਆ ਵੀ ਝਗੜੇ ਦੀ ਸਥਿਤੀ ਵਿੱਚ ਵੱਡੀਆਂ ਕੰਪਨੀਆਂ ਨੂੰ ਫਾਇਦਾ ਹੋਵੇਗਾ। ਉਹਦੇ ਜਵਾਬ ਦੇ ਵਿੱਚ ਉਹ ਕਹਿੰਦੇ ਵੀ ਸੱਚ ਇਹ ਹੋਊਗਾ ਵੀ ਕੋਰਟ ਕਚਹਿਰੀ ਗਏ ਬਗੈਰ ਸਥਾਨਕ ਪੱਧਰ 'ਤੇ ਹੀ ਝਗੜੇ ਨੂੰ ਨਿਪਟਾਉਣ ਦੀ ਵਿਵਸਥਾ ਰਹੇਗੀ। ਇਸ ਸੱਚ ਨੂੰ ਸਭ ਤੋਂ ਵੱਡਾ ਝੂਠ ਅਸਲ 'ਚ ਇਹੀ ਆ। ਇਹਦੇ ਵਿੱਚ ਹੈ ਇਹ ਸੱਚ ਆ। ਇਹਨੂੰ ਮੈਂ ਸੱਚ ਕਹਿੰਦਾ, ਕਿਸਾਨਾਂ ਦਾ ਕੋਰਟ ਵਿੱਚ ਜਾਣ ਦਾ ਅਧਿਕਾਰ ਹੀ ਖਤਮ ਕਰਤਾ। ਕਿਹੋ ਜਿਹੀ ਡੈਮੋਕ੍ਰੇਟ ਸਰਕਾਰ ਆ ਜਿਹਨੂੰ ਜੁਡੀਸ਼ਰੀ 'ਤੇ ਯਕੀਨ ਨਹੀਂ। ਜੁਡੀਸ਼ਰੀ ਥੋੜ੍ਹੀ ਬਹੁਤ ਇੰਡੀਪੈਂਡੈਂਟ ਆ, ਪੂਰੀ ਇੰਡੀਪੈਂਡੈਂਟ ਨਹੀਂ, ਪਰ ਫਿਰ ਵੀ ਐਗਜੈਕਟਿਵ ਨਾਲੋਂ ਇੰਡੀਪੈਂਡੈਂਟ ਹੈਗੀ ਆ। ਐਗਜੈਕਟਿਵ ਟੋਟਲੀ ਗੌਰਮੈਂਟ ਦੇ ਅੰਡਰ ਹੁੰਦੀ ਆ। SGM ਅਤੇ DC ਆ। ਇਹਨਾਂ ਨੇ SG ਨੂੰ ਅਧਿਕਾਰ ਦਿੱਤਾ ਵੀ ਇੱਕ ਪਹਿਲਾਂ ਕਮੇਟੀ ਬਣਾਵਾਂਗੇ ਪ੍ਰਾਈਵੇਟ, ਇੱਕ ਵਪਾਰੀ ਹੋਊਗਾ, ਇੱਕ ਕਿਸਾਨਾਂ 'ਚੋਂ ਹੋਊਗਾ, ਇੱਕ ਸਰਕਾਰ ਦਾ ਨੁਮਾਇੰਦਾ ਹੋਊਗਾ, ਉਹ ਪੰਚਾਇਤੀ ਫੈਸਲਾ ਕਰੂ। ਪੰਚਾਇਤੀ ਫੈਸਲਾ ਵੀ ਤਕੜੇ ਦੇ ਹੱਕ 'ਚ ਹੁੰਦਾ। ਦੂਜੀ ਗੱਲ, SGM DC ਕੋਲ ਕਿੰਨਾ ਕੁ ਅਧਿਕਾਰ ਹੋਊਗਾ? ਹੁਣ ਅਸੀਂ ਕਮਾਦ ਛੱਡਦੇ ਹਾਂ, 3 ਸਾਲ ਦਾ ਪੈਸਾ ਨਹੀਂ ਮਿਲਿਆ। 14,000 ਕਰੋੜ ਰੁਪਈਆ 3 ਸਾਲ ਦਾ ਗੰਨਾ ਮਿੱਲਾਂ ਨੂੰ ਬਕਾਇਆ ਪਿਆ। ਹਾਲਾਂਕਿ ਕਾਨੂੰਨ ਇਹ ਕਹਿੰਦਾ ਵੀ ਸ਼ੂਗਰਫੈਡ ਦਾ ਕਾਨੂੰਨ ਬਣਿਆ ਆ ਵੀ ਜੇ 14 ਦਿਨ ਵਿੱਚ ਪੈਸੇ ਨਾ ਮਿਲਣ 15% ਇੰਟਰਸਟ ਦੇਵਾਂਗੇ। ਇੰਟਰਸਟ ਸਾਨੂੰ ਕੀ ਮਿਲਣਾ? ਸਾਡਾ ਕੀਨ ਕਮਿਸ਼ਨਰ, ਸਾਡੀ ਸਰਕਾਰ, ਸਾਡਾ ਸ਼ੂਗਰਫੈਡ ਡਿਪਾਰਟਮੈਂਟ, ਸਾਡੇ DC SGM ਕੋਈ ਸਾਨੂੰ ਪੈਸਾ ਨਹੀਂ ਦਵਾ ਸਕੇ। ਆਹ ਫਗਵਾੜੇ ਮਿਲ ਦੀ ਉਦਾਹਰਨ ਆ। 2 ਸਾਲ ਦਾ ਬਕਾਇਆ ਪਿਆ, 100 ਕਰੋੜ ਦਾ ਉਹਨੇ ਕ੍ਰਸ਼ ਕੀਤਾ ਗੰਨਾ, 75 ਕਰੋੜ ਬਕਾਇਆ ਪਿਆ।
ਉਹਨਾਂ ਦੀ ਪ੍ਰਾਪਰਟੀ ਵੀ ਅਸੀਂ ਅਟੈਚ ਕਰਾਈ ਆ ਨਿਲਾਮੀ ਲਈ, ਕੋਈ ਨਿਲਾਮੀ ਕਰਾਉਣ ਨੂੰ ਤਿਆਰ ਨਹੀਂ। ਕਾਰਾਂ ਉਹਨਾਂ ਕੋਲ ਪਈਆਂ ਅਟੈਚ ਕੀਤੀਆਂ ਪ੍ਰਾਪਰਟੀ, ਵੇਲਣਾ ਅਟੈਚ ਕੀਤਾ ਹੈ, ਉਹਨੂੰ ਕਿਸੇ ਨੇ ਜਿੰਦਾ ਨਹੀਂ ਹਾਲੇ ਤੱਕ ਲਾਇਆ। ਡੀਸੀ ਦੀ ਕੀ ਮਜਾਲ ਹੈ ਕਿਸੇ ਬੜੇ ਮਹਿਲ ਮਾਲਕ ਦੇ ਮੋਹਰੇ, ਜਿਹੜੇ ਅੰਬਾਨੀ ਦੀ ਘਰ ਵਾਲੀ ਦੇ ਮੋਹਰੇ ਪ੍ਰਧਾਨ ਮੰਤਰੀ ਝੁੱਕ ਕੇ ਸਲਾਮ ਕਰਦਾ ਹੋਵੇ ਤੇ ਉੱਥੇ ਡੀਸੀ ਦੀ ਕੀ ਮਜਾਲ ਹੈ ਕਿਸੇ ਮਹਿਲ ਮਾਲਕ ਨੂੰ ਕੁਛ ਕਹਿ ਸਕੇ। ਇਹ ਇੱਕ ਇਹਨਾਂ ਨੇ ਸੱਚ ਲਿਖਿਆ ਵੀ ਕਿਸਾਨ ਦਾ ਕੋਰਟ ਵਿੱਚ ਜਾਣ ਦਾ ਅਧਿਕਾਰ ਖਤਮ ਕਰਤਾ, ਐਸਡੀਐਮ ਡੀਸੀ ਨੂੰ ਅਧਿਕਾਰ ਦੇ ਦਿੱਤੇ ਆ, ਨਾਲ ਉਹਨੂੰ ਕਹਿੰਦਾ ਇਹ ਫੈਸਲਾ ਇਹ ਕਰਨਗੇ ਤੇ ਉਹ ਫੈਸਲਾ ਤੁਹਾਨੂੰ ਪਤਾ ਇੱਥੇ ਕਰਪਸ਼ਨ ਕਿੰਨੀ ਆ, ਫੈਸਲਾ ਉਹ ਅਮੀਰ ਆਦਮੀ ਦੇ ਹੱਕ 'ਚ ਬੜੇ ਆਰਾਮ ਨਾਲ ਕਰਨਗੇ। ਤੁਹਾਨੂੰ ਹੁਣ ਦੀ ਗੱਲ ਦੱਸਦਾ, ਪੰਜਾਬ ਦੇ ਵਿੱਚ ਹਾਲੇ ਨਵਾਂ ਕਾਨੂੰਨ ਲਾਗੂ ਨਹੀਂ ਹੋਇਆ। ਅਬੋਹਰ ਦੇ ਵਿੱਚ ਇੱਕ ਹਿਮਾਚਲ ਦੀ ਫਰਮ ਨੇ ਕਿੰਨੂ ਖਰੀਦੇ ਆ, ਕਿੰਨੂਆਂ 'ਤੇ ਉਹਨੇ ਜਿਹੜੀ ਮਾਰਕੀਟ ਫੀਸ ਦੇਣੀ ਸੀ 2 ਕਰੋੜ 80 ਲੱਖ ਰੁਪਈਆ, ਇੱਕ ਪੈਸਾ ਨਹੀਂ ਦਿੱਤਾ। ਮਾਰਕੀਟ ਅਫਸਰ ਨੇ ਉਹਨਾਂ ਨੂੰ ਕਹਿਤਾ, ਲਿਖ ਕੇ ਦੇ ਦਿੱਤਾ ਮੰਡੀ ਅਫਸਰ ਨੇ ਵੀ ਇਹਨਾਂ ਦੀ ਮਾਰਕੀਟ ਫੀਸ ਨਹੀਂ ਬਣਦੀ, ਇਹ ਕਿਉਂਕਿ ਨਵਾਂ ਕਾਨੂੰਨ ਬਣ ਗਿਆ। ਕਾਨੂੰਨ ਇੰਪਲੀਮੈਂਟ ਹੋਣ ਤੋਂ ਪਹਿਲਾਂ ਹੀ ਲਾਗੂ ਕਰਤਾ। 2 ਕਰੋੜ 80 ਲੱਖ ਦੀ ਸਬਸਿਡੀ ਜਿਹੜੀ ਉਹਨੇ ਕਮਿਸ਼ਨ ਦੇਣਾ ਸੀਗਾ ਮੰਡੀ ਬੋਰਡ ਨੂੰ, ਮਾਰਕੀਟ ਫੀਸ ਦੇਣੀ ਸੀ, ਨਹੀਂ ਦਿੱਤੀ। ਬਿਲਕੁਲ ਆਪਾਂ ਤੇ ਚਰਚਾ ਜਿਹੜੀ ਕੀਤੀ ਆ ਤੇ ਲੱਗਦਾ ਇਉਂ ਆ ਵੀ ਜੇ ਕਹਿੰਦੇ ਉਹ ਆ ਵੀ ਕਿਸਾਨਾਂ ਨੂੰ ਆਜ਼ਾਦੀ ਦੇ ਦਿੱਤੀ, ਅਸਲ ਦੇ ਵਿੱਚ ਵਪਾਰੀਆਂ ਨੂੰ ਆਜ਼ਾਦੀ ਦਿੱਤੀ ਆ। ਵਪਾਰੀਆਂ ਨਾਲੋਂ ਵੀ ਕਾਰਪੋਰੇਟ ਅਦਾਰਿਆਂ ਨੂੰ ਜਿਹੜੀ ਆਜ਼ਾਦੀ ਦੇ ਦਿੱਤੀ ਆ ਕਿਸਾਨਾਂ ਦੀ ਲੁੱਟ ਕਰਨ ਵਾਸਤੇ। ਤੁਸੀਂ ਇੱਥੇ ਕੀ ਕਹਿਣਾ ਚਾਹੁੰਦੇ? ਇਹ ਕਾਰਪੋਰੇਟ ਮਾਡਲ ਸੈੱਟ ਕਰਨ ਦੇ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ। ਬਾਕੀ ਤਾਂ ਕੀ ਕਹਿੰਦੇ ਹੁੰਦੇ ਆ, ਖੰਡ ਵਿੱਚ ਲਪੇਟ ਕੇ ਜ਼ਹਿਰ ਦਿੱਤੀ ਜਾ ਰਹੀ ਹੈ। ਆਹ ਜਿਹੜਾ ਪੈਂਫਲੇਟ ਵੀ ਆਇਆ, ਤੁਸੀਂ ਇਹ ਤੋਂ ਤਜਰਬਾ ਕਰ ਸਕਦੇ ਆ ਵੀ ਬੀਜੇਪੀ ਦੇ ਆਗੂ ਪਿੰਡਾਂ ਵਿੱਚ ਕਿਸਾਨਾਂ ਨੂੰ ਜਾ ਕੇ ਪੈਂਫਲੇਟ ਬਾਈ ਹੈਂਡ ਨਹੀਂ ਦੇ ਸਕੇ। 20 ਲੱਖ ਪੈਂਫਲੇਟ ਛਪਾਇਆ ਸੀ ਇਹਨਾਂ ਨੇ, 18 ਲੱਖ ਪੰਜਾਬੀ 'ਚ, 2 ਲੱਖ ਹਿੰਦੀ 'ਚ। ਬੜੀ ਦਿਨਾਂ ਨਾਲ ਛਪਾਇਆ, ਮਹੀਨੇ ਤੋਂ ਵੱਧ ਹੋ ਗਿਆ। ਪਹਿਲਾਂ ਇਹਨਾਂ ਨੇ ਅਕਾਲੀ ਦਲ ਦੀ ਡਿਊਟੀ ਲਈ ਕਿਸਾਨਾਂ ਨੂੰ ਸਮਝਾਓ, ਸੁਖਬੀਰ ਬਾਦਲ ਵੀ ਸਿਫਤਾਂ ਕਰਦਾ ਰਿਹਾ, ਹਰਸਿਮਰਤ ਵੀ ਸਿਫਤਾਂ ਕਰਦੀ ਰਹੀ, ਇੱਥੋਂ ਤੱਕ ਵੱਡੇ ਬਾਦਲ ਦੇ ਵੀ ਹੱਥ ਜੜਾਏ ਕਿਸਾਨੋਂ ਇਹਨੂੰ ਮੰਨ ਲਓ। ਕਿਸਾਨਾਂ ਜਦ ਨਹੀਂ ਮੰਨਿਆ, ਉਹਨਾਂ ਨੂੰ ਬਾਹਰ ਆਉਣਾ ਪੈ ਗਿਆ ਆਪਣੇ 22 ਸਾਲ ਦੇ ਗੱਠਜੋੜ ਦੇ ਵਿੱਚੋਂ। ਉਦੋਂ ਬਾਅਦ ਇਹਨਾਂ ਨੇ 9 ਮੰਤਰੀਆਂ ਦੀ ਡਿਊਟੀ ਲਈ ਪੰਜਾਬ ਜਾ ਕੇ ਕਿਸਾਨਾਂ ਨੂੰ ਸਮਝਾਓ। ਉਹ ਮੰਤਰੀ ਪਿੰਡਾਂ ਵਿੱਚ ਜਾ ਕੇ ਰੈਲੀਆਂ ਮੀਟਿੰਗਾਂ ਨਹੀਂ ਕਰ ਸਕੇ। ਪ੍ਰੈਸ ਕਾਨਫਰੰਸਾਂ ਵੀ ਉਹਨੇ ਵੀਡੀਓ ਕਾਨਫਰੰਸ ਰਾਹੀਂ ਕੀਤੀਆਂ, ਉਹ ਲੋਕਾਂ ਕੋਲ ਕੋਈ ਰੈਲੀ ਕੋਈ ਮੀਟਿੰਗ ਨਹੀਂ ਕਰ ਸਕੇ। ਹੁਣ ਆ ਜਿਹੜਾ ਪੈਂਫਲੇਟ ਆ, ਇਹ ਬਾਈ ਹੈਂਡ ਨਹੀਂ ਬਣ ਸਕੇ, ਅਖਬਾਰਾਂ 'ਚ ਭੇਜਿਆ। ਅਖਬਾਰਾਂ 'ਚ ਤਾਂ ਭੇਜਿਆ ਜਦੋਂ ਤੁਹਾਡੇ ਕੋਲ ਮੈਲ ਨੂੰ ਪਾਵਰ ਨਾ ਹੋਵੇ। ਕਿਸਾਨਾਂ ਕੋਲ ਕੋਈ ਰੈਲੀ ਕਰਨ ਨੂੰ ਤਿਆਰ ਨਹੀਂ, ਪਿੰਡਾਂ ਵਿੱਚ ਕੋਈ ਬਣਨ ਨੂੰ ਤਿਆਰ ਨਹੀਂ। ਇਹਨਾਂ ਦੇ ਘਰਾਂ ਮੂਹਰੇ ਧਰਨੇ ਲੱਗੇ ਹੋਏ ਆ ਅਤੇ ਪੈਂਫਲੇਟ ਅਖਬਾਰਾਂ ਰਾਹੀਂ ਬਣ ਰਹੇ ਆ। ਇਹ ਤਾਂ ਤੁਸੀਂ ਦੇਖ ਸਕਦੇ ਹੋ ਵੀ ਬੀਜੇਪੀ ਦਾ ਕੀ ਹਾਲ ਹੋਇਆ। ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਵੀ ਜਿਵੇਂ ਤੁਸੀਂ ਕਿਸਾਨ ਜਥੇਬੰਦੀਆਂ ਸੰਘਰਸ਼ ਪੰਜਾਬ ਦੇ ਵਿੱਚ ਕਰ ਰਹੀਆਂ, ਦੇਸ਼ ਭਰ ਦੇ ਵਿੱਚ ਸੰਘਰਸ਼ ਜਿਹੜਾ ਆ ਉਹ ਆਰੰਭ ਕੀਤਾ ਹੋਇਆ, ਉਹਦੇ ਚੰਗੇ ਸਿੱਟੇ ਮਿਲਣਗੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਸਰ ਜੀ।